ਤਾਂ ਕਿਸਾਨਾਂ ਦੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ। ਇਸ ਵੱਡੀ ਖਬਰ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਤੇ ਇਸ ਸਭ ਦੇ ਵਿਚਾਲੇ ਹੁਣ ਸਵਾਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਅੱਗੇ ਰਣਨੀਤੀ ਤਿਆਰ ਕੀਤੀ ਜਾਏਗੀ ਕਿਸਾਨਾਂ ਦੇ ਵੱਲੋਂ। ਵੱਡੀ ਖਬਰ ਉਸ ਦੇ ਨਾਲ ਜੁੜੀ ਹੋਈ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਕਿਸਾਨਾਂ ਦਾ ਮੰਥਨ। ਜੀ ਸ਼ਾਮ 5 ਵਜੇ ਕਿਸਾਨ ਜਥੇਬੰਦੀਆਂ ਨੇ ਅਹਿਮ ਮੀਟਿੰਗ ਸੱਦ ਲਈ ਹੈ। ਸੁਪਰੀਮ ਕੋਰਟ ਨੇ ਕਮੇਟੀ ਦੇ ਗਠਨ ਦੇ ਸੰਕੇਤ ਦਿੱਤੇ ਨੇ, ਪ੍ਰਸਤਾਵ ਰੱਖਿਆ ਹੈ, ਜਲਦ ਮਸਲੇ ਨੂੰ ਸੁਲਝਾਉਣ ਦੇ ਲਈ ਕਿਹਾ ਗਿਆ ਤੇ ਸਭ ਦੇ ਵਿਚਾਲੇ ਕਿਸਾਨ ਜਥੇਬੰਦੀਆਂ 5 ਵਜੇ ਇੱਕ ਵਾਰ ਮੁੜ ਤੋਂ ਇਕੱਠੀਆਂ ਬੈਠਣਗੀਆਂ। ਗੱਲਬਾਤ ਚਰਚਾ ਹੋਏਗੀ ਕਿ ਕਿਵੇਂ ਅੱਗੇ ਦੀ ਰਣਨੀਤੀ ਉਲੀਕੀ ਜਾਵੇ, ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਕਿਵੇਂ ਦੇਖਿਆ ਜਾਵੇ, ਸੁਪਰੀਮ ਕੋਰਟ ਜਾਣਾ ਹੈ ਨਹੀਂ ਜਾਣਾ, ਕੀ ਰੁਖ ਕਰਨਾ ਹੈ ਨਹੀਂ ਕਰਨਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਇਹ ਵੀ ਕੇਂਦਰ ਦੀ ਸਰਕਾਰ ਨੂੰ ਕਿਹਾ ਗਿਆ ਕਿਹੜੀਆਂ ਜਥੇਬੰਦੀਆਂ ਅੰਦੋਲਨ ਇਸ ਸਮੇਂ ਕਰ ਰਹੀਆਂ ਨੇ ਉਹ ਵੀ ਦੱਸੋ। ਤਾਂ ਅਗਲੀ ਸੁਣਵਾਈ ਦੇ ਵਿੱਚ ਹੋ ਸਕਦਾ ਹੈ ਕਿ ਇਹ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ, ਜਿਹੜੀਆਂ 32 ਜਥੇਬੰਦੀਆਂ ਇਸ ਸਮੇਂ ਪੰਜਾਬ ਤੋਂ ਮੋਹਰੀ ਹੋਈਆਂ ਤੇ ਉਹਨਾਂ ਦੇ ਵੱਲੋਂ ਪੂਰਾ ਪ੍ਰੋਗਰਾਮ ਉਲੀਕਿਆ ਗਿਆ, ਹਾਲਾਂਕਿ ਉਸ ਤੋਂ ਬਾਅਦ ਹਰਿਆਣਾ ਦੀਆਂ ਜਾਂ ਦੇਸ਼ ਦੀਆਂ ਹੋਰ ਜਥੇਬੰਦੀਆਂ ਵੀ ਜੁੜੀਆਂ, ਤਾਂ ਉਹਨਾਂ ਨੂੰ ਵੀ ਜ਼ਰੂਰ ਸੁਪਰੀਮ ਕੋਰਟ ਦੇ ਵੱਲੋਂ ਸੱਦਿਆ ਜਾ ਸਕਦਾ ਹੈ ਕਿ ਤੁਸੀਂ ਵੀ ਆਓ ਆਪਣੀ ਗੱਲ ਰੱਖੋ। ਤਾਂ 5 ਵਜੇ ਮੀਟਿੰਗ, ਸਿੱਧਾ ਰੁਖ ਕਰਦੇ ਹਾਂ ਸਿੰਘੂ ਬਾਰਡਰ। ਵੱਡੀ ਖਬਰ ਦੇ ਉੱਤੇ ਸਾਡੇ ਸਹਿਯੋਗੀ ਵਿਜੇਪਾਲ ਬਰਾੜ ਤੇ ਪੰਕਜ ਕਪਾਹੀ ਲਗਾਤਾਰ ਸਾਡੇ ਨਾਲ ਨੇ। ਪਲ ਪਲ ਦੀ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ। ਸਿੰਘੂ ਬਾਰਡਰ ਤੋਂ ਵੀ ਸਿੱਧਾ ਰੁਖ ਕਰਦੇ ਹਾਂ। ਵਿਜੇ ਸਾਡੇ ਸਹਿਯੋਗੀ ਸਾਡੇ ਨਾਲ ਨੇ। ਵਿਜੇਪਾਲ, ਕੀ ਕੁਝ ਤੁਹਾਡੇ ਕੋਲ ਇਸ ਸਮੇਂ ਜਾਣਕਾਰੀ, ਕਿਉਂਕਿ ਅਦਾਲਤ ਤੱਕ ਪੂਰਾ ਮਾਮਲਾ, ਅਦਾਲਤ ਦੇ ਵੱਲੋਂ ਕੁਝ ਸੁਝਾਅ ਤੇ ਸਭ ਦੇ ਵਿਚਾਲੇ ਹੁਣ ਕਿਸਾਨਾਂ ਦੇ ਉੱਤੇ ਨਜ਼ਰ ਕਿ ਕਿਸਾਨ ਅੱਗੇ ਕੀ ਰਣਨੀਤੀ ਬਣਾਉਂਦੇ ਨੇ। बिल्कुल गौरव, जिस तरीके नाल कहा जाए तो पिछले जे 2-4 दिन की गल करिए, 5 दिन की गल करिए तो एक तरीके नाल खड़ोत या ठहराव आ गया सी। ये समझा जा रहा सी कि हुण गलबात किवें अगे वधूगी, किवें सोल्यूशन निकलेगा। अज सुप्रीम कोर्ट दीयां टिप्पणियां तो बाद एकदम फिर वड्डे पद्धर ते चर्चा शुरू हो गई है। अज 5 वजे मीटिंग सद्दी है किसान जथेबंदियां ने, पहला 4 वजे मीटिंग सद्दी गई सी और हुणे ये मैसेज आया कि उस मीटिंग नूं 5 वजे ਹੁਣ ਜਿਹੜਾ ਹੈ 1 ਘੰਟਾ ਲੇਟ ਕਰ ਦਿੱਤਾ ਗਿਆ ਹੈ। ਸਾਡੇ ਨਾਲ ਸਤਨਾਮ ਸਿੰਘ ਸਾਨੀ ਨੇ, ਦੁਆਬਾ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਨੀ ਸਾਹਿਬ, ਪਹਿਲਾਂ 4 ਵਜੇ ਦਾ ਸਮਾਂ ਸੀ, ਫਿਰ ਮੀਟਿੰਗ ਦਾ 5 ਵਜੇ ਦਾ ਕਰ ਦਿੱਤਾ ਗਿਆ। ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਹੈ, ਜੋ ਟਿੱਪਣੀਆਂ ਹੋਈਆਂ ਹੈ, ਸਿਰਫ ਉਹਨਾਂ ਨੁਕਤਿਆਂ ਤੇ ਹੀ ਰਹੇਗੀ। देखो जो अज की साड़ी 5 बजे सारिया किसान जथेबंदियों की मीटिंग होने जा रही है, वो जो मानयोग सुप्रीम कोर्ट देश की उच्च न्यायालय उन्होंने कुछ डायरैक्शन जारी की केंद्र सरकार नूं, पंजाब ते हरियाणा सरकार नूं, ओहदे हुक्मां दी समीक्षा भी असीं करांगे। जिहड़े मानयोग सुप्रीम कोर्ट नूं असीं अपील भी करांगे, निमरता सहित जिहड़ी देश की सर्वोच्च अदालत नूं अपील भी करांगे कि किसान अत दे सख्त हालातां विच अंदोलन कर रहा, देश का किसान ये व्यापक जनतक अंदोलन आ। सरकार नूं तुरंत कोई ऐसे सख्त निर्देश दिते जाण कि तुरंत जिहड़ा इमीडिएटली आ किसानां दे इस अंदोलन दे बारे हमदर्दी पूर्वक विचार करके मसले दा वैसे तुसीं इन्हां टिप्पणियां नूं किस नज़रिए नाल देखदे हो, जिन्नियां भी टिप्पणियां अज सामने आईयां सुनवाई? ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਦੀ ਜਿਹੜੀ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਵੀ ਕਰਦੇ ਹਾਂ ਕਿ ਦੇਸ਼ ਦਾ ਕਿਸਾਨ ਅੰਦੋਲਨ ਲੜ ਰਿਹਾ। ਸਰਕਾਰ ਦਾ ਕਾਫੀ ਨਿਰਦਈ ਰਵੱਈਆ ਰਿਹਾ ਪਿਛਲੇ 3 ਮਹੀਨੇ ਤੋਂ। ਸਰਕਾਰ ਨੇ ਇਹਨੂੰ ਅਣਗੌਲਿਆਂ ਵੀ ਕੀਤਾ ਤੇ ਇਹਨੂੰ ਬਦਨਾਮ ਵੀ ਕੀਤਾ। ਦੇਸ਼ ਦਾ ਬੇਮਿਸਾਲ ਹੰਗਾਰਾ ਸਾਰੇ ਦੇਸ਼ ਚੋਂ ਮਿਲ ਰਿਹਾ। ਇਹ ਹੁਣ ਸਾਰੇ ਦੇਸ਼ ਦਾ ਦੇਸ਼ ਵਿਆਪੀ ਅੰਦੋਲਨ ਹੋ ਗਿਆ। ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਹਾਂ ਕਿ ਇਹਦੇ ਤੇ ਟਾਈਮ ਬੋਰਡ ਜੋ ਸਰਕਾਰ ਨੂੰ ਖੁੱਲਾ ਸਮਾਂ ਨਹੀਂ ਦੇਣਾ ਚਾਹੀਦਾ। ਕਿਸਾਨ ਸੜਕਾਂ ਤੇ ਰੁਲ ਰਿਹਾ, ਰੋਜ਼ਾਨਾ ਸਾਡੇ 1, 2, 3 ਕਿਸਾਨਾਂ ਦੀ ਮੌਤ ਹੋ ਰਹੀ ਆ। ਸਰਕਾਰ ਇਮੀਡੀਏਟਲੀ ਇਹਨੂੰ ਸਰਕਾਰ ਨੂੰ ਟਾਈਮ ਬਾਉਂਡ ਕੀਤਾ ਜਾਵੇ। ਪੰਜਾਬ ਤੇ ਹਰਿਆਣਾ ਗਵਰਨਮੈਂਟਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣਾ ਸਖਤ ਸਟੈਂਡ ਲੈਣ ਇਸ ਮਸਲੇ ਤੇ। ਠੀਕ ਹੈ, ਤਾਂ ਗੌਰਵ ਫਿਲਹਾਲ ਇਹੀ ਹੈ ਕਿ ਸਵਾਗਤ ਕੀਤਾ ਜਾ ਰਿਹਾ ਜਿਹੜੀਆਂ ਟਿੱਪਣੀਆਂ ਅੱਜ ਹੋਈਆਂ ਨੇ। ਸਿਰਫ ਟਾਈਮ ਬਾਉਂਡ ਕਿਸਾਨ ਚਾਹੁੰਦੇ ਨੇ ਕਿ ਜੋ ਕੁਝ ਵੀ ਸੁਣਵਾਈ 'ਚ ਹੋਵੇ ਜਾਂ ਨਿਕਲ ਕੇ ਸਾਹਮਣੇ ਆਵੇ ਉਹ ਇੱਕ ਟਾਈਮ ਬਾਉਂਡ ਹੋਵੇ, ਉਸ ਨੂੰ ਲਮਕਾਇਆ ਨਾ ਜਾਵੇ। ਬਾਕੀ 5 ਵਜੇ ਦੀ ਅੱਜ ਮੀਟਿੰਗ ਹੋ ਰਹੀ ਹੈ, ਉਸ ਚੀਜ਼ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਏਗੀ। ਸਾਡੇ ਨਾਲ ਸਾਡੇ ਸਹਿਯੋਗੀ ਸੁਸ਼ੀਲ ਪਾਂਡੇ जुड़ रहे हैं। सुप्रीम कोर्ट ਦੇ ਵਿੱਚ जो सुनवाई हुई पूरी जानकारी उन्होंने कोल है। सुशील, आपसे समझना चाहेंगे विस्तार से, एक बार बताइए कि क्या कुछ आज की सुनवाई में हुआ है और कौन कौन से पक्ष हैं जिनको नोटिस किया गया है सुप्रीम कोर्ट की तरफ से। कल की सुनवाई में क्या वो पेश होंगे, पेश होने का आदेश दिया, क्या कुछ हुआ है आज की सुनवाई में? आज देखिए, पूरी जो याचिका थी वो 3 याचिका थी, जिसमें साफ तौर से ये मांग की गई थी कि किसान बैठ के आंदोलन कर रहे हैं उनको फिलहाल उस जगह से
हटाया जाए। दूसरी याचिका ये थी कि किसानों की जो मांग है उसको मानने के लिए सुप्रीम कोर्ट निर्देश दे सरकार को ताकि बैठ के आपस में बातचीत करें। और तीसरा ये कि उन किसानों को एक उचित जगह पर बैठाया जाए जहां से जो कोविड का फिलहाल जो केंद्र सरकार का निर्देश है उसका पालन किया जा सके। फिलहाल इस पूरे मामले में सुप्रीम कोर्ट में सुनवाई के दौरान केंद्र सरकार से सवाल चीफ जस्टिस ऑफ इंडिया ने यह किया कि आखिर किन लोगों ने फिलहाल रोड ब्लॉक कर रखा है। इस पर केंद्र सरकार की तरफ से यह बताया गया कि किसानों के द्वारा जो तमाम दिल्ली के बॉर्डर्स हैं उसको जाम किया गया है। इस पर यह सवाल किया सीजीआई ने कि किसने उन्हें फिलहाल रोका है। इस पर कहा गया कि पुलिस के द्वारा उनको रोका गया है। लेकिन सबसे बड़ा सवाल इस पूरे मामले में यह था कि सुप्रीम कोर्ट इस पूरे मामले में यह चाहता है कि एक बार फिर से किसान और सरकार के बीच में बैठकर बातचीत किया जाए, क्योंकि अगर अभी इस पूरी समस्या का निदान नहीं किया गया तो ये पूरा आंदोलन जो है वो आने वाले दिनों में देशव्यापी हो सकता है। और इसीलिए सुप्रीम कोर्ट ने यह पहल की है। सुप्रीम कोर्ट ने इस पूरे मामले में केंद्र सरकार, पंजाब सरकार, हरियाणा सरकार और तमाम जो किसान एसोसिएशन हैं उनको नोटिस जारी किया है। सुप्रीम कोर्ट इस पूरे मामले में किसानों को भी सुनना चाहता है कि आखिर किसान जो इतने दिनों से धरना प्रदर्शन कर रहे हैं उसके पीछे की वजह क्या है। इसीलिए सुप्रीम कोर्ट ने किसान एसोसिएशन को भी पक्षकार बनाया है। सुप्रीम कोर्ट में केवल 3 याचिकाएं थी, लेकिन अब सुप्रीम कोर्ट जब कल सुनवाई करेगा तो तमाम किसान एसोसिएशन की तरफ से लोगों को भी सुनेगा, क्योंकि अब सरकार और किसान एसोसिएशन दोनों लोग अपनी बात सुप्रीम कोर्ट में रखेंगे। सुप्रीम कोर्ट ने यह स्पष्ट कर दिया है कि इस पूरे मामले में सरकार और किसान की बातचीत विफल रही तो क्यों ना आगे आकर पहल की जाए। और वजह यही रही कि सुप्रीम कोर्ट कंसर्न है तमाम जो किसान धरना प्रदर्शन कर रहे हैं 5 डिग्री सेल्सियस के तापमान में, उनके स्वास्थ्य को लेकर, कोविड का जो प्रसार दिल्ली में फैला हुआ है उसको लेकर सुप्रीम कोर्ट कंसर्न है। और इसीलिए सुप्रीम कोर्ट यह चाहता है कि क्यों ना एक समिति का गठन किया जाए जिसमें सरकार के नुमाइंदे शामिल किए जाएं और साथ ही साथ देश भर के जो किसान एसोसिएशन हैं उनके लोगों को शामिल किया जाए और उसके बाद इस पूरे विवाद को सुलझाया जाए। सुप्रीम कोर्ट ने यह इशारा करते हुए साफ तौर से केंद्र सरकार से कहा है कि कल हम इस पूरे मामले में एक कमेटी का गठन भी कर सकते हैं जो इस पूरे विवाद को सुलझाए, क्योंकि लगातार सरकार और किसानों के बीच में जो बातचीत हो रही है, ऐसे में सरकार के वकील ने सुप्रीम कोर्ट में यह जानकारी दी कि कई बार सरकार ने किसानों से बातचीत करनी चाहिए और इस विवाद को फिलहाल समाधान की ओर ले जाने की कोशिश की, लेकिन किसान अभी भी अपने फिलहाल जिद पर अड़े हुए हैं। वो सरकार से हां और ना 2 ही शब्द में इस पूरे बिल को लेकर जवाब चाहते हैं। इसीलिए सरकार और किसानों के बीच सामंजस्य नहीं बन पा रहा है। और आज जो 5 बजे मीटिंग की रणनीति है वो यही है कि सुप्रीम कोर्ट में कौन कौन से किसान एसोसिएशन रिप्रेजेंट करेंगे और वो कौन कौन लोग होंगे, क्योंकि अभी सुप्रीम कोर्ट में तमाम किसान एसोसिएशन की तरफ से नाम भेजे जाएंगे, सरकार भी अपने नुमाइंदों के नाम भेजेगी। उसके बाद सुप्रीम कोर्ट ये डिसाइड करेगा कि कमेटी में कौन कौन लोग शामिल किए जाएं। लेकिन सबसे पहले सुप्रीम कोर्ट ये जानना चाहता है केंद्र सरकार से कि जो इतने दिनों से धरना प्रदर्शन चल रहा है उस धरना प्रदर्शन को रोकने के लिए केंद्र सरकार की तरफ से क्या कदम उठाए गए, कितने दौर की बातचीत हुई और जो बातचीत हुई उस बातचीत में कहां तक बात बनी और कहां तक बात नहीं बनी। इसीलिए सुप्रीम कोर्ट ठीक है सुशील, मैं आपके पास आ रहा हूं, मैं आपके पास वापस आता हूं फौरन। एक बड़ी खबर है जो अपनी स्क्रीन पर हम दिखा रहे हैं इस समय, मैं आपके पास वापस आ। दिल्ली ਦੇ ਵਿੱਚ ਕਿਸਾਨਾਂ ਨੂੰ ਹਟਾਉਣ ਦੇ ਵਿਰੋਧ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਦਾਖਲ ਪਟੀਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦਿੱਲੀ ਸਰਕਾਰ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਤੇ ਉਹ ਕਹਿ ਰਹੇ ਨੇ ਕਿ ਕਿਸਾਨ ਆਪਣੀ ਮਜਬੂਰੀ ਕਾਰਨ ਸੜਕਾਂ ਦੇ ਉੱਤੇ ਬੈਠੇ ਨੇ, ਕਿਸਾਨਾਂ ਦੇ ਕੋਲ ਕੋਈ ਹੋਰ ਰਾਹ ਨਹੀਂ ਹੈ। ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਨੂੰ ਹਟਾਉਣ ਦੇ ਲਈ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਤੇ ਉਸ ਦਾ ਵਿਰੋਧ ਅਰਵਿੰਦ ਕੇਜਰੀਵਾਲ ਕਰਦੇ ਨਜ਼ਰ ਆ ਰਹੇ ਨੇ। ਤਾਂ ਅਸੀਂ ਰੁਕ ਕਰਦੇ ਇਸ ਵੱਡੀ ਖਬਰ ਦੇ ਉੱਤੇ ਬਣੇ ਹੋਏ ਆ ਸਭ ਦੇ ਵਿਚਾਲੇ ਕੇਂਦਰੀ ਕੈਬਨਿਟ ਦੀ ਬੈਠਕ ਤੇ ਉਸ ਬੈਠਕ ਤੋਂ ਬਾਅਦ ਪ੍ਰਕਾਸ਼ ਜਾਵੜੇਕਰ ਇਸ ਸਮੇਂ